बिस्मिल्लाहिर्रहमानिर्रहीम। अस्सलाम वालेकुम। तुसा वेंदे पे हो ट्रैक्टर पॉइंट यूट्यूब चैनल एंड फेसबुक पेज। ये दोस्तों साडे नाल ने मास्टर असलम साहब होनी ते सीनियर तजर्बाकार जिमीदारे के हवाले दे नाल बहुत ज़्यादा जानकारी रखते हैं ते इन्हां नाल कोई चार गल्लां बातां अज सांझियां करते हैं। ते अस्सलाम वालेकुम मास्टर जी। वालेकुम सलाम। मास्टर जी की हाल चाल आ? शुक्र अल्हम्दुलिल्लाह। मास्टर साहब सब तो पहले ये तो दसो कि अपनी उम्र कितनी है? तकरीबन 68 ईयर। ठीक हो गया ते 68 साल बनती है जी। ठीक हो गया। अच्छा मास्टर जी ਆਪਾਂ ਨੂੰ ਮਾਸਟਰ ਬੜੀ ਦੇਰ ਤੋਂ ਲੋਕ ਆਂਦੇ ਆ ਤੇ ਇਹ ਆਪਾਂ ਹੈਗੇ ਸੀਗੇ ਕਿ ਜਾਂ ਵੈਸੇ ਨਾ ਇਹ ਗੱਲ ਵੈਸੇ ਨਾ ਨਿਗਾ ਤਕਰੀਬਨ ਮੈਂ 6-7 ਮਹੀਨੇ ਗਿਆ ਹਾਂ ਅੰਟਨ ਟੀਚਰਾਂ ਦੇ ਵਿੱਚ। ਅੱਛਾ ਬਾਅਦ ਵੀਜ਼ਾ ਮੈਨੂੰ ਬਾਹਰ ਦਾ ਮਿਲ ਗਿਆ, ਫਿਰ ਮੈਂ ਬਾਹਰ ਚਲਾ ਗਿਆ, ਵਿੱਚੇ ਛੱਡ ਗਿਆ ਉਹ ਅੱਛਾ ਸਾਰਾ ਸਿਲਸਿਲਾ ਵਿੱਚੇ ਛੱਡ ਕੇ ਬਾਹਰ ਚਲਾ ਗਿਆ। ਬਾਹਰ ਗਾਂ ਕਾਮਾ ਨਹੀਂ ਲੱਗਾ। ਅੱਛਾ ਕਾਮਾ ਨਾ ਲੱਗਣ ਦੀ ਵਜ੍ਹਾ ਤੋਂ ਫਿਰ 2 ਸਾਲ ਬਾਅਦ ਘਰ ਆਉਣਾ ਪਿਆ ਕਿ ਜ਼ਿਮੀਂਦਾਰ ਆਪਣਾ ਘਰ ਦਾ ਸੀਗਾ, 4 ਖੱਤੇ ਸੀਗੇ। ਠੀਕ। अपनी मेहनत करनी शुरू करती, अल्लाह ने बड़ी रोजी दी, अल्लाह ने रंग लाते। अच्छा मास्टर जी ਆਪਾਂ ਜਦੋਂ ਹੋਏ ਸੀਗੇ ਕਿਸੇ ਸਕੂਲ ਜਾਂ ਕਿਸੇ ਕਾਲਜ ਦੇ ਵਿੱਚ ਜੁਆਇਨਿੰਗ ਹੋਈ ਸੀ ਆਪਣੀ? ਹਾਂਜੀ ਸਕੂਲ ਦੇ ਵਿੱਚ ਜੀ, ਸਕੂਲ ਦੇ ਵਿੱਚ ਪ੍ਰਾਇਮਰੀ ਟੀਚਰ। ਕਿਹੜੀ ਜਗ੍ਹਾ? ਮੈਂ ਮਿਊਨਿਸਪਲ ਡਿਗਰੀ ਕਾਲਜ ਆਈ ਕੰਮ ਕੀਤਾ ਤੇ ਉਸ ਤੋਂ ਬਾਅਦ ਬੈਂਕ ਵੀ ਮੈਂ ਡਿਊਟੀ ਕੀਤੀ ਹੈ ਕਾਫੀ ਦੇਰ ਆ। ਆਪਣੀਆਂ ਫਾਈਨਾਂਸਾਂ ਨਹੀਂ ਸੀ ਗਵਰਨਮੈਂਟ ਦੀਆਂ ਮਨਜ਼ੂਰਸ਼ੁਦਾ, ਹਾਂਜੀ ਹਾਂਜੀ, ਉਹਨਾਂ ਵਿੱਚ ਐਜ਼ ਏ ਮੈਨੇਜਰ ਦੀ ਸੀਟ ਤੇ ਮੈਂ ठीक हो गया ਕੰਮ ਕੀਤਾ। ਲੇਕਿਨ ਉਹ ਫਿਰ ਨਵਾਜ਼ ਸ਼ਰੀਫ हुकूमत ने ਉਹ ਫਾਈਨਾਂਸਾਂ ਜਿਹੜੀਆਂ ਉਹ ਖਤਮ ਕਰ ਬੰਦ ਕਰ ਦਿੱਤੀਆਂ ਸੀਗੀਆਂ ਤੇ ਉਹ ਪੈਸੇ ਪੂਸੇ ਵਾਪਸ ਲੋਕਾਂ ਨੂੰ ਮਿਲ ਗਿਆ ਆਸਤਾ ਆਸਤਾ। ਠੀਕ ਹੋ ਗਿਆ, ਸਹੀ ਹੋ ਗਿਆ। ਉਸ ਤੋਂ ਬਾਅਦ ਫਿਰ ਹਾਈ ਧਿਆਨ ਬਹੁਤਾ ਕੀਤਾ ਵੀ ਇੱਧਰ ਉੱਧਰ ਨਾਲੋਂ ਫਿਰ ਓਵਰੇਜ ਹੋਣ ਦੇ ਨਾਤੇ ਨਾਲ ਵੀ ਇਹੋ ਹੀ ਸੋਚਿਆ ਵੀ ਆਪਣਾ ਘਰ ਦਾ ਜ਼ਿਮੀਂਦਾਰ ਹੈਗਾ ਤੇ ਮਿਹਨਤ ਨਾਲ ਕਰਦੇ ਆ ਅੱਲਾਹ ਤਾਲਾ ਨੇ ਬੜੀ ਰੋਜ਼ੀ ਦਿੱਤੀ ਹੈ ਬੜੀ। ਸਹੀ ਹੋ ਗਿਆ। ਅੱਛਾ ਤੇ ਮਾਸਟਰ ਜੀ ਆਪਾਂ ਕਿੰਨੀ ਕੁ ਦੇਰ ਹੋ ਗਈ ਆ ਜ਼ਿਮੀਂਦਾਰੇ ਦੇ ਵਿੱਚ ਪਏ ਨੂੰ? ਤਕਰੀਬਨ ਮੈਂ ਬਚਪਨ ਤੋਂ ਹੀ ਬਾਪ ਦਾਦਾ ਤੇ ਸ਼ੁਰੂ ਤੋਂ ਜ਼ਿਮੀਂਦਾਰਾ ਕਰਦੇ ਸੀ, ਨਾਲ ਥੋੜਾ ਬਹੁਤਾ ਹੈਲਪ ਕਰਦਾ ਰਿਹਾ। ਲੇਕਿਨ ਪੜ੍ਹਨ ਤੋਂ ਬਾਅਦ ਫਿਰ ਮੈਂ ਪੂਰਾ ਟੋਟਲੀ ਤੌਰ ਤੇ ਇਹਦੇ ਵਿੱਚ ਯਾਨੀ ਕਿ ਟ੍ਰੇਨ ਹੋ ਗਿਆ ਤੁਸੀਂ? ਹੋ ਗਿਆ। ਸਹੀ ਹੋ ਗਿਆ। ਇਨਸ਼ਾਅੱਲਾ ਹੁਣ ਹਰ ਚੀਜ਼ ਦਾ ਤਜਰਬਾ, ਹਰ ਚੀਜ਼ ਦੀ ਮਹਾਰਤ ਹੈ ਜ਼ਿਮੀਂਦਾਰੀ ਬਾਰੇ, ਹਰ ਗੱਲ ਦੀ ਮਾਲੂਮਾਤ। ਅੱਛਾ ਮਾਸਟਰ ਜੀ ਆਪਾਂ ਮਤਲਬ ਇਹ ਫਿਰ ਕਹਿ ਲੋ ਕਿ ਜ਼ਿਮੀਂਦਾਰਾ ਮਾਸ਼ਾਅੱਲਾ ਕਰਦੇ ਆ, ਇੰਨੀ ਕੁ ਦੇਰ ਹੋ ਗਈ, ਲੇਕਿਨ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਦੇ ਦੌਰ ਦੇ ਵਿੱਚ ਜ਼ਿਮੀਂਦਾਰਾ ਬਹੁਤ ਟੈਕਨੀਕਲ ਹੋ ਗਿਆ ਵਾ। ਬੇਸ਼ੱਕ ਬੇਸ਼ੱਕ, ਤੇ ਇੱਕ ਬਿਜ਼ਨਸ ਬਣ ਗਿਆ ਵਾ ਅੱਜ ਦੇ ਦੌਰ ਦੇ, ਅੱਜ ਦੇ ਸਮੇਂ ਦੇ ਵਿੱਚ। ਬੇਸ਼ੱਕ। ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮਤਲਬ ਕਿਸ ਤਰ੍ਹਾਂ ਇਹਨੂੰ ਕਰਨਾ ਚਾਹੀਦਾ ਵਾ, ਕਿਸ ਨੀਅਤ ਨਾਲ ਕਰਨਾ ਚਾਹੀਦਾ ਜ਼ਿਮੀਂਦਾਰਾ? ਦਰਅਸਲ ਤੇ ਜ਼ਿਮੀਂਦਾਰ ਹੈਗਾ ਹੁਣ ਸਰਮਾਏਦਾਰ ਬੰਦਿਆਂ ਦਾ, ਜਿਨ੍ਹਾਂ ਕੋਈ ਜ਼ਾਤੀ ਤੌਰ ਤੇ ਪੈਸੇ ਆ। ਹਾਂਜੀ। तो खर्चा ढेर जिम्मेदारी होंदा, अगर खर्चा किया जाए तो फिर इंशाअल्लाह तरक्की काफ़ी होंदी है। ठीक हो गया। जो मजबूरियां बनदियां, खर्चा नहीं पूरा कर हुंदा ते फसल जिहड़ी आ ओह अद्धी फिर हुंदी आ, तो काफ़ी नुकसान हुंदा। सही हो गया। हाँ, अगर पैसा कोल होवे तो बार वक्त हर चीज़ बंदा लिया के ते सहूलतां भी ऐसियां हैगियां, मशीनी दौर आ। हाँ जी। मशीनी नाल ते सवेर नूं फसल कट लो तो शाम तक दूसरी फसल बीज सकता बंदा। हाँ जी, सही हो गया। जी दौर है, खर्चे की जरूरत है, खर्चा जो कोल है ਉਹਦੇ ਵਾਸਤੇ खर्चे तो बिना कुछ नहीं का ਜ਼ਿਮੀਂਦਾਰਾ ਹੈਗਾ। ਤੇ ਖਰਚੇ ਤੋਂ ਬਗੈਰ ਕੋਈ ਲੱਭਦਾ ਵੀ ਕੱਖ ਨਹੀਂ। ਖਰਚਾ ਕਰ ਲੋ ਤੇ ਹੌਸਲੇ ਨਾਲ ਕੁਛ ਨਾ ਕੁਛ ਹਾਸਲ ਹੋ ਜਾਂਦਾ। ਜਦੋਂ ਖਰਚਾ ਹੀ ਨਹੀਂ ਕਰਨਾ ਤਾਂ ਫਿਰ ਉਹ ਪੱਲੇ ਵੀ ਕੁਛ ਨਹੀਂ ਪੈਂਦਾ। ਹਾਂਜੀ। ਤੇ ਆਪਣੇ ਕੋਲ ਹੁਣ ਕਿੰਨੀਆਂ ਪੈਲੀਆਂ ਵਾ, ਕਿੰਨਾ ਕੁ ਜ਼ਿਮੀਂਦਾਰਾ ਕਿੰਨੇ ਕੁ ਏਕੜ ਦਾ ਕਰਦੇ ਆ? ਮੇਰੇ ਕੋਲ ਜੀ ਆਪਣੀਆਂ ਜ਼ਾਤੀ ਆ, ਮੈਂ ਨਾ ਠੇਕਾ ਨਾ ਭੋਲੀ ਕੋਈ ਨਹੀਂ, 10-11 ਕਿੱਲੇ ਦੀ ਮੇਰੇ ਕੋਲ ਵਾਹੀ ਹੈਗੀ ਆ। ਅੱਛਾ। ਤੇ ਬੰਦਾ ਤਾਂ ਕੋਈ ਰੱਖਿਆ, ਬੱਚਾ ਛੋਟਾ ਨਾਲੋਂ ਹੁੰਦਾ, ਬਸ ਦੋਨੋਂ ਹੀ ਮਸ਼ੀਨਰੀ ਦਾ ਕੰਮ ਆ। ਠੀਕ ਹੋ ਗਿਆ। ਕੋਈ ਐਡਾ ਮਸਲਾ ਨਹੀਂ ਗਾ, ਬੜੀ ਆਸਾਨੀ ਨਾਲ ਜ਼ਿਮੀਂਦਾਰਾ ਜਿਹੜਾ ਹੋ ਹੀ ਜਾਂਦਾ। ਤੇ ਮਾਸਟਰ ਜੀ ਇੱਕ ਇਹ ਗੱਲ ਦੱਸੋ ਕਿ ਆਪਣੇ ਸਭ ਤੋਂ ਜ਼ਿਆਦਾ ਕੀ ਉਹਨੂੰ ਕਹਿੰਦੇ ਲੋਕ ਇੱਧਰ ਕਮਾਦ ਹੀ ਲਾਉਂਦੇ ਆ, ਹੋਰ ਕੋਈ ਆਪਾਂ ਫਸਲ ਨਹੀਂ ਬਹੁਤੀ ਲਾਉਂਦੇ ਹੈਗੇ, ਇਹਦੀ ਕੀ ਵਜ੍ਹਾ ਵਾ? ਇਹ ਲੋਕਾਂ ਦਾ ਰੁਝਾਨ ਆ। ਮੈਂ ਵੀ ਸੋਚਦਾ ਵੀ ਮੈਂ ਸਬਜ਼ੀ ਲਾਉਣ ਬਹਿ ਗਿਆ ਤੇ ਮੁਮਕਿਨ ਆ ਮੈਨੂੰ ਇਹ ਲੋਕ ਹੀ ਖਾ ਖੂ ਜਾਣ, ਕਿਉਂਕਿ ਲੋਕਾਂ ਨੇ ਲਾਈ ਹੋਈ ਨਹੀਂ ਜਾਂ ਜਾਨਵਰ ਜਿਹੜੇ ਬਾਹਰ ਆ ਫਸਲਾਂ ਦੇ ਵਿੱਚ ਰਹਿੰਦੇ ਉਹ ਹੀ ਬਰਬਾਦ ਕਰਨ ਮੇਰੀ, ਕਿਉਂਕਿ ਇਹ ਸਬਜ਼ੀ ਨੂੰ ਜ਼ਿਆਦਾ ਪੈਂਦੇ ਆ। ਹਾਂਜੀ। ਇਸ ਕਰਕੇ ਫਿਰ ਮਜਬੂਰਨ ਇਹੋ ਹੀ ਸੋਚੀਦਾ ਵੀ ਬਾਕੀ ਦਿਨ ਚ ਕਾਸ਼ਤ ਆਪਣਾ ਕਮਾਦ ਕੀਤਾ ਤਾਂ ਅਸੀਂ ਵੀ ਕਾਸ਼ਤ ਕਮਾਦ ਦੀ ਕਰ ਲੈਂਦੇ,
ਕਮਾਲ ਨੂੰ ਦੂਸਰੀਆਂ ਛੋਟੀਆਂ ਫਸਲਾਂ 'ਚ ਵੈਸੇ ਫਾਇਦਾ ਆ, ਫਾਇਦਾ ਜ਼ਿਆਦਾ ਵਾ ਜੀ, ਸਬਜ਼ੀਆਂ ਦੇ ਸਬਜ਼ੀ 'ਚ ਵਿੱਚ ਹੋ ਫਾਇਦਾ ਗਿਆ, ਆ, ਫਿਰ ਛੋਟੀਆਂ ਮੋਟੀਆਂ ਸੌਂਫ ਹੋ ਗਈ, ਹਾਲੋਂ ਹੋ ਗਈ, ਇਦਾਂ ਦੇ ਬਹੁਤ ਚੀਜ਼ਾਂ ਦੇ ਵਿੱਚ ਬੇਸ਼ੱਕ ਫਾਇਦਾ ਵਾ। ਬੇਸ਼ੱਕ 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 ਤੇ ਬਾਅਦ ਇਲਾਕਿਆਂ ਦੇ ਵਿੱਚ ਲੋਕ ਜ਼ਿਆਦਾਤਰ ਸਬਜ਼ੀ ਲਾਉਂਦੇ ਆ, ਜੀ ਤੇ ਉਹ ਸਬਜ਼ੀ ਤੋਂ ਕਹਿ ਲਓ ਕਿ ਜਿੰਨੇ ਅਸੀਂ ਸਾਲ ਬਾਅਦ ਕਮਾ ਚ ਪੈਸੇ ਕੱਢਣੇ ਹੁੰਦੇ, ਉਹ 6 ਮਹੀਨੇ ਉਹ ਸਬਜ਼ੀਆਂ 2-3 ਆਈਟਮਾਂ ਲਾ ਕੇ ਉਹਨਾਂ ਚੋਂ ਕੱਢ ਲੈਂਦੇ ਆ। ਮੈਂ ਜੀ ਸੁਣਿਆ ਹੀ ਆ, ਬਾਕੀ ਮੌਕੇ ਤਾਂ ਦੇਖਿਆ ਨਹੀਂ, ਭਤੀਜਾ ਮੇਰਾ ਦੱਸਦਾ ਮੈਂ ਪਨੀਰ ਲੈਣ ਗਿਆ ਤਾਂ ਇੱਕ ਬਾਬਾ ਆ, ਉਹਨੇ ਪੰਪੀ ਲਾਈ ਆ, ਇੱਕੋ ਹੀ ਖੇਤ ਆ ਉਹਦਾ, ਅੱਛਾ ਉੱਥੇ ਉਹਨੇ ਕੁਰਸੀ ਪੀੜੀ ਰੱਖੀ ਹੋਈ ਆ, ਅੱਛਾ ਰੰਬਾ ਰੱਖਿਆ ਆ, ਤੇ ਉੱਥੋਂ ਹੀ ਹੱਥਾਂ ਦੇ ਨਾਲ ਉਹ ਪਨੀਰੀ ਵੀ ਦਾ ਤਮਾਕੂ ਦੀ, ਗੰਢਿਆਂ ਦੀ, ਜੇ ਜ਼ੈਦ ਬਕਰ ਜੋ ਵੀ ਪਨੀਰੀਆਂ, ਹਾਂ ਸਹੀ ਹੋ ਤੇ ਉਹ ਗਿਆ। ਕਹਿੰਦਾ ਵੀ ਮੈਂ ਤਕਰੀਬਨ 5-7 ਲੱਖ ਰੁਪਈਆ ਸਾਲ ਦਾ ਮੈਂ ਇਸੇ ਇੱਕ ਕਿੱਲੇ ਚੋਂ ਹੀ ਕੱਢ ਲੈਣਾ। ਕੱਢ ਲੈਂਦਾ ਮੈਂ, ਇਸੇ ਤਰ੍ਹਾਂ ਹੀ ਟੈਕਨੀਕਲ ਐਂਚਾ ਨਾ ਵੇਚਦਾ, ਉਹ ਹੱਥਾਂ ਦੇ ਨਾਲ ਆ ਪਨੀਰੀ ਸਾਰੀ ਵੇਚਦਾ, ਸਹੀ ਹੱਥਾਂ ਨਾਲ ਵੇਚਦਾ, ਹਰ ਵੇਲੇ ਮੌਜੂਦ ਰਹਿੰਦਾ। ਪੰਪ ਹੀ ਹੁਣ ਲਾਈ ਹੋਈ ਆ, ਕਦੀ ਕੋਈ ਕਿਸੇ ਕਿਆਰੀ ਨੂੰ ਲਾਉਣ ਬਹਿ ਜਾਂਦਾ, ਜ਼ਰੂਰਤ ਹੁੰਦੀ ਕਦੀ ਕਿਸੇ ਕਿਆਰੀ ਨੂੰ ਲਾਉਣ ਬਹਿ ਜਾਂਦਾ, ਪਨੀਰੀ ਵੇਚਦਾ, ਪਨੀਰੀ ਲਾਉਣੀ ਉਹਨੇ, ਯਾਨੀ ਕਿ ਠੀਕ ਹੋ ਗਿਆ। ਅੱਛਾ, ਤੇ ਮਾਸਟਰ ਆਪਣੇ ਕੋਲ ਟਰੈਕਟਰ ਰੱਖੇ ਨੂੰ ਕਿੰਨੀ ਕੁ ਦੇਰ ਹੋ ਗਈ ਆ? ਤਕਰੀਬਨ 20-25 ਸਾਲ ਤੋਂ ਟਰੈਕਟਰ ਆ ਆਪਣੇ ਕੋਲ ਜੀ। ਅੱਛਾ, ਸਹੀ ਹੋ ਗਿਆ। ਤੇ ਤੁਹਾਡਾ ਕੀ ਖਿਆਲ ਆ, ਜਦੋਂ ਪਹਿਲੇ ਟਰੈਕਟਰ ਨਹੀਂ ਸੀ ਹੁੰਦੇ ਉਦੋਂ ਨਿਜ਼ਾਮ ਠੀਕ ਸੀਗਾ ਜਾਂ ਹੁਣ ਠੀਕ ਆ? ਸਹੂਲਤਾਂ ਹੋ ਗਈਆਂ, ਨਿਜ਼ਾਮ ਤਾਂ ਹੁਣ ਹੀ ਠੀਕ ਆ। ਅੱਛਾ, 15 ਮਿੰਟ ਤੋਂ ਬਾਅਦ ਕਿੱਲਾ ਜਿਹੜਾ ਆ ਉਹ ਬਾਕੀ ਬਾਹਰ ਟਰੈਕਟਰ ਆ ਜਾਂਦਾ ਆ। ਸਹੀ ਹੋ ਗਿਆ। ਅਸੀਂ ਪੂਰਾ ਦਿਨ ਢੱਗਿਆਂ ਨੂੰ 2-3 ਘੰਟੇ ਰਾਤ ਨੂੰ 2 ਵਜੇ ਜਾ ਕੇ ਜੋੜਨੇ, ਤਾਂ ਮੁੜ ਕੇ ਜਾ ਕੇ ਕਿਤੇ ਕਿੱਲਾ ਵਗਦਾ ਸੀਗਾ। ਬਹੁਤ ਮਿਹਨਤ ਕਰਨੀ ਪੈਂਦੀ ਸੀ ਬਹੁਤ। ਹੁਣ ਤਾਂ ਸ਼ਾਦੋ ਨਾਜ਼ਰੀ ਆ ਲੋਕ ਜਿਹੜੇ, ਹੁਣ ਤੇ ਮਾਸਟਰ ਨਾ ਤਾਂ ਉਹ ਬੱਚਿਆਂ ਵਾਲੇ ਰਹੇ ਆ, ਤੇ ਨਾ ਤਾਂ ਦੇ ਬੱਚੇ ਹੀ ਹੈਗੇ ਆ, ਨਾ ਬੱਚੇ ਹੈਗੇ ਆ ਤੇ ਨਾ ਬਾਉਣ ਵਾਲੇ ਜਿਹੜੇ, ਉਹਨਾਂ ਤੋਂ ਹਿੱਲ ਹੁੰਦਾ ਆ। ਹਾਂ, ਦਵਾਈਆਂ ਖਾਦਾਂ ਅੰਤਾਂ ਪੈਂਦੀਆਂ, ਤੇ ਸਾਰਿਆਂ ਦੇ ਜੋੜ ਦੁਖਦੇ ਆ, ਇੱਥੇ ਚਾੜ ਕੇ ਨੇ ਕੱਢਣੇ ਆ। ਆਹੋ ਇਹੀ ਗੱਲ ਆ। ਅੱਗੇ ਤੇ ਲੋਕ ਕਮਾਦ ਬਾਉਣ ਲੱਗ ਜਾਂਦੇ ਸੀਗੇ, ਤੇ ਉਹੀ ਮੋਢਾ ਕਮਾਦ ਬਾਹ ਕੇ ਤੇ ਫੇਰ ਕਿੱਲਾ ਫੇਰ ਨਿਕਲਦੇ ਸੀ, ਧੁੱਪ ਚੜੀ ਤੇ ਦੁਪਹਿਰ ਵੀ ਬਾਉਂਦੇ ਰਹਿੰਦੇ ਸੀ। ਏਦਾਂ ਹੀ ਤੇ ਹੁਣ ਨਹੀਂ, ਕੋਈ ਨਹੀਂ ਹੈਗਾ, ਨਵੀਂ ਪੂੰਗ ਦੇ ਵਿੱਚੋਂ ਤੇ ਕੋਈ ਨਹੀਂ ਹੈਗਾ। ਏਦਾਂ ਹੀ ਸਹੀ ਹੋ ਗਿਆ। ਨਵੀਂ ਪੂੰਗ ਸਵਾਲ ਹੀ ਨਹੀਂ ਪੈਦਾ ਹੋਵੇ, ਕਰ ਵੀ ਨਹੀਂ ਸਕਦੀ। ਰੱਬ ਨੇ ਉਹਨਾਂ ਦੀ ਸੁਣ ਲਈ ਆ, ਉਹਨਾਂ ਲਈ ਮਸ਼ੀਨਰੀ ਭੇਜ ਦਿੱਤੀ ਆ। ਹਾਂਜੀ, ਜਦੋਂ ਤਾਕਤ ਵਾਲੇ ਬੰਦੇ ਸੀ ਉਦੋਂ ਮਸ਼ੀਨਰੀ ਨਹੀਂ ਸੀ, ਤੇ ਉਹਨਾਂ ਦੇ ਮੁਕੱਦਰ ਬਸ ਉਹ ਮੁਸ਼ੱਕਤ ਕਰਕੇ ਹੀ ਜ਼ਿਮੀਂਦਾਰਾ ਕਰਦੇ ਸੀ। ਸਹੀ ਹੋ ਗਿਆ। ਹੁਣ ਜੇ ਪੌਤ ਤੋਂ ਕੁਝ ਹੁੰਦਾ ਨਹੀਂਗਾ, ਤੇ ਰੱਬ ਨੇ ਇਹਨਾਂ ਸਹੂਲਤਾਂ ਦੇ ਦਿੱਤੀਆਂ, ਇਹਨਾਂ ਕੋਲ ਮਸ਼ੀਨਰੀ ਅੰਥਾ ਦੀ, ਜਿਹੜੀ ਵੀ ਚੀਜ਼ ਜ਼ਰੂਰਤ ਹੈ ਇਹਨਾਂ ਕੋਲ ਪਈ, ਆਪਣਾ ਇਸਤੇਮਾਲ ਕਰਦੇ, ਮੌਜਾਂ ਲੱਗੀਆਂ ਇਹਨਾਂ ਦੀਆਂ ਭਾਈ। ਹੁਣ ਆ ਸਹੂਲਤ ਦੇ ਨਾਲ ਮਤਲਬ ਚੱਲਦੀ ਆ ਆਵਾਮ ਅੱਜ ਕੱਲ। ਹਾਂਜੀ ਠੀਕ ਹੋ ਗਿਆ। ਤੇ ਹਰ ਬੰਦਾ ਸਹੂਲਤ ਹੀ ਦੇਖਦਾ ਵੀ ਮੈਨੂੰ ਇਸ ਕੰਮ ਦੇ ਵਿੱਚ ਇਸ ਤਰ੍ਹਾਂ ਸਹੂਲਤ ਆ, ਉਹ ਕੰਨ ਬਹਿ ਜਾਂਦਾ। ਸਹੀ ਹੋ ਗਿਆ। ਕਮਾਦ ਅੱਗੇ ਛਿੱਲ ਕੇ ਦਿੰਦੇ ਗਏ ਸੀਗੇ, ਹੁਣ ਅਸੀਂ ਬਮੈਖੋਰੀ ਦੇਣ ਲੱਗ ਪਏ ਆ ਪਈ। ਕਿਹੜਾ ਮੁਸੀਬਤ ਕਰੇ ਤੇ ਇਹਨੂੰ ਛਿੱਲੇ ਤੇ ਐਸੇ ਤਰ੍ਹਾਂ ਬਣ ਕੇ ਤੇ ਲੱਦ ਕੇ ਦੇਈ ਜਾਈਦਾ। ਸਹੀ ਹੋ ਗਿਆ। ਆਟਰਾ ਕੀ ਕਣਕ ਕਿੰਨੇ ਕਿੱਲੇ ਲਾਤੀ ਆ? 5.5 ਕਿੱਲੇ ਆ ਜੀ। ਕੋਈ ਵਿਗਾ ਪੱਠਿਆਂ ਦਾ ਆ, ਬਰਸੀਨ ਦਾ, ਬਾਕੀ ਅੱਛਾ ਕਣਕ ਇੰਨੀ ਕੁ ਬੀਜੀ। ਤੇ ਕਮਾਦ ਦਾ ਕੀ ਕਿੰਨਾ ਮਾ ਕੋਲ? ਕਮਾਦ 6 ਕਿੱਲੇ ਆ ਜੀ। ਅੱਛਾ, ਕੋਈ 2 ਕਿੱਲੇ ਮੋਢਾ ਸੀ ਤੇ 4 ਕਿੱਲੇ ਸਨਮਾ। ਠੀਕ ਹੋ ਗਿਆ। ਆਰਡਰ ਆਪਣੇ ਵੱਲ ਅੱਜ ਕੱਲ ਵੈਰਾਈਟੀ ਲੋਕ ਨਹੀਂ ਬਹੁਤੀ ਲਾਉਂਦੇ ਹੈਗੇ, ਨਾਨ ਵੈਰਾਈਟੀ ਚੱਲ ਰਹੀ ਹੈ। ਸਬਕ ਤਾਂ ਆ ਗਿਆ, ਜੇ ਸਮਝਣਗੇ ਤਾਂ ਵੈਰਾਈਟੀ ਬੀਜ ਕੇ ਤੇ ਗਬੇਲਣੇ ਲਿਆਉਣ। ਮਿਹਨਤ ਤੇ ਦਿੰਦੀ ਕੱਖ ਨਹੀਂ ਗੀ। ਹਾਂਜੀ, ਕੁਛ ਵਪਾਰੀ ਨਹੀਂ ਪੱਲੇ ਕੁਛ ਪੈਣ ਦਿੰਦੇ। ਹਾਂਜੀ, ਇਹ ਕਹਿੰਦੇ ਆ ਬਈ ਆ ਜੀ ਪਠਾਣਾ ਦੀ ਮਜ਼ਦੂਰੀ, ਆ ਜੀ ਇਹ ਕੰਡੇ ਡਾਊਨ ਕੀਤੇ ਆ, ਹਾਂਜੀ, ਆ ਜੀ ਰੇਟ ਦਾ ਫਰਕ ਹੀ। ਕਹਿੰਦੇ ਜੀ ਪੰਧ ਬਹੁਤ ਆ ਮਿੱਲਾਂ ਦਾ, ਸਾਨੂੰ ਕਿਰਾਇਆ ਦੇਣਾ ਪੈਂਦਾ ਇੰਨਾ। ਇਹ ਰੇਟ ਬਹੁਤ ਥੋੜਾ ਦਿੰਦੇ ਕੰਡਿਆਂ ਵਾਲੇ। ਸਾਡੇ ਮਿਲ ਨਹੀਂ ਹੈਗੀ। ਸਹੀ। ਮਿਲ ਨਜ਼ਦੀਕ ਹੋਵੇ ਤੇ ਅਸੀਂ ਡਾਇਰੈਕਟ ਮਿਲ ਚਲ ਜਾਈਏ ਤੇ ਸਾਡੇ ਵੀ ਪੈਸੇ ਪੂਰੇ ਹੋਣ, ਸਾਡੀ ਵੀ ਹੱਕ ਰਸੀ ਹੋਵੇ। ਇਸੇ ਤਰ੍ਹਾਂ ਬਿਲਕੁਲ। ਇਹ ਲੁੱਟ ਮਾਰ ਇਹਨਾਂ ਨੇ ਮਚਾਈ ਹੋਈ ਆ। ਹਾਂਜੀ, ਮਿਲ ਲੱਗੇ ਆ ਸਾਡੇ ਇਲਾਕੇ ਸੀਗੀ, ਚੌਧਰੀ ਮਿਲ ਸੀਗੀ। ਹਾਂਜੀ, ਡਾਇਰੈਕਟ ਉੱਥੇ ਗੰਨਾ ਲਿਜਾਂਦੇ ਸੀ, ਸਾਡੀ ਹੱਕ ਰਸੀ ਹੁੰਦੀ ਸੀ। ਸਹੀ ਹੋ ਗਿਆ। ਤੇ ਹੁਣ ਸਾਰ ਪਾਸੇ ਸਾਨੂੰ ਮਾਰ ਪੈਣ ਲਈ, ਅਸੀਂ ਵੈਰਾਈਟੀ ਬੀਜਾਂਗੇ ਇਨਸ਼ਾਅੱਲਾ। ਗਾਂ ਅਸੀਂ ਗੁੜ ਬਣਾ ਕਰਾਂਗੇ। ਗੁੜ ਚ ਦੂਣੇ ਪੈਸੇ ਆ, ਦੁੱਗਣੇ ਪੈਸੇ ਮਿਲ ਦੇ ਗੰਨਾ ਦੇਣ ਦੀ ਨਿਸਬਤ। ਹਾਂਜੀ ਮਾਸਟਰ ਜੀ, ਐਕੀ ਗੁੜ ਦਾ ਜਿਹੜਾ ਰੇਟ ਆ 8000 ਰੁਪਇਆ, ਤੇ ਸ਼ੱਕਰ ਦਾ ਹੈਗਾ 10000 ਰੁਪਇਆ। ਬੇਸ਼ੱਕ ਇਸੇ ਤਰ੍ਹਾਂ। ਆ ਸਮੁੰਦਰੀ ਵੱਲ ਨੂੰ ਚੱਲ ਜਾਓ, ਸਮੁੰਦਰੀ ਰੋਡ ਤੇ ਸਾਰੇ ਬੇੜਨੀ ਲੋਕਾਂ ਨੇ ਲਾਏ ਆ, ਮੁੱਲ ਕਮਾਦ ਲੈ ਪੀੜਦੇ ਆ। ਬਿਲਕੁਲ। ਆਖਰ ਕੋਈ ਫਾਇਦਾ ਵਾ ਨਾ? ਨੌਕਰਾਂ ਨੂੰ ਵੀ ਦਿੰਦੇ ਆ, ਤੇ ਵਿੱਚੋਂ ਆਪ ਕਮਾਉਂਦੇ ਵੀ ਆ, ਤੇਲ ਵੀ ਫੂਕਦੇ ਆ, ਸੰਦ ਵੀ ਤੋੜਦੇ ਆ, ਕੜਾਏ ਵੀ ਜਾਇਆ ਹੋਣੇ ਆ। ਬਿਲਕੁਲ।
ਲੇਕਿਨ ਉਹਨਾਂ ਨੂੰ ਬੱਚਤ ਆ, ਉਹਨਾਂ ਨੇ ਕਾਰੋਬਾਰ ਹੀ ਬਣਾਇਆ। ਕਾਰੋਬਾਰ ਆ ਬਿਲਕੁਲ, ਉਹਨਾਂ ਨੇ ਲੇਬਰਾਂ ਲਾਈਆਂ ਵਾ, ਉਹਨਾਂ ਨੇ ਜੋਕ ਕੇ ਲਈ ਜਾਣੇ ਆ ਤੇ ਲੇਬਰ ਲਾਈ ਵੀ ਆ ਤੇ ਗੁੜ ਬਣਾ ਕੇ ਵੇਚ ਜਾਂਦੇ ਆ। ਸਹੀ ਹੋ ਗਿਆ। ਹਾਂ, ਅੱਧੋ ਅੱਧ ਲੈਂਦੇ ਆ ਜੀ, ਉਹ ਤਨਖਾਹ ਵੀ ਦਿੰਦੇ, ਵਿੱਚੋਂ ਬੱਚਤ ਵੀ ਕਰਦੇ। ਬੱਚਤ ਵੀ, ਇਹ ਫਾਇਦਾ ਵਾ, ਇਹ ਸਮਾਂ ਦੁਬਾਰਾ ਆਉਣਾ ਚਾਹੀਦਾ ਵਾ। ਹਾਂ ਹਾਂ ਇਨਸ਼ਾਅੱਲਾ। ਅਸੀਂ ਤਾਂ ਹਮੇਸ਼ਾ ਬਿੱਲਾਂ ਨਹੀਂ ਸੀ ਤੇ ਸੰਤ ਕਹਿੰਦੇ ਸੀ ਵੀ ਤੁਹਾਨੂੰ ਅੰਦਰ ਦੇ ਦੇਣਾ ਜੇ ਤੁਸੀਂ ਬਿੱਲ ਨਾ ਚਲਾਇਆ ਤਾਂ। ਮਿੱਲਾਂ ਵਾਲੇ ਕਹਿੰਦੇ ਹੁੰਦੇ ਸੀ। ਅੱਛਾ। ਤੇ ਅਸੀਂ ਕਹਿੰਦੇ ਸੀ ਵੀ ਅਸੀਂ ਤੇ ਗੋੜੀ ਬਣਾਉਣਾ, ਅਸੀਂ ਤੇ ਗੋੜੀ ਬਹੁਤ ਦੇਰ ਬਣਾਇਆ। ਲੇਕਿਨ ਹੁਣ ਇਹ ਵੀ ਸਮਝ ਲਓ ਵੀ ਕੁਛ ਬੰਦਿਆਂ ਦੀ ਕਿੱਲਤ, ਕੁਛ ਕਰਕੇ ਨਹੀਂ ਹੱਥੀਂ ਰਾਜੀ ਮਸ਼ੱਕਤ। ਹਾਂ ਹਾਂ, ਬੰਦਿਆਂ ਦੀ ਵੀ ਕਿੱਲਤ, ਭਰਾ ਸੀਗੇ ਤੇ ਇਕੱਠੇ ਸੀਗੇ ਤੇ ਗੋੜੀ ਬਣਾਉਂਦੇ ਸੀ। ਹੁਣ ਆਪਣੇ ਅਲੱਗਾ ਹੋ ਗਏ ਆ ਤੇ ਹੁਣ ਮੈਂ ਕਹਿੰਦਾ ਮੇਰੇ ਤੋਂ ਨਹੀਂ ਬਣਨਾ, ਦੂਆ ਕਹਿੰਦਾ ਮੇਰੇ ਤੋਂ ਵੀ ਕਿਹੜਾ ਬਣਨਾ। ਸੀ ਵੀ ਚੀਜ਼ ਦੋ ਹੀ ਤਿੰਨ। ਹਾਂਜੀ ਉਹੀ ਚਲੋ ਕਿ ਇਹ ਸ਼ਾਰਟਕਟ ਆ, ਕਮਾਦ ਵੱਢੋ ਤੇ ਉਸ ਵੇਲੇ ਲੱਦ ਕੇ ਤੇ ਉੱਥੇ ਸਿੱਟਿਆ ਪੱਟੇ ਤੇ ਲੱਦੋ ਤੇ ਕੰਡੇ ਤੇ ਸਿੱਟਿਓ। ਸਹੂਲਤਾਂ ਤਾਂ ਬੜੀਆਂ ਇਹਦੇ ਵਿੱਚ, ਲੇਕਿਨ ਸਾਡੀ ਹੱਕ ਰਸੀ ਹੁੰਦੀ ਆਦ ਸਾਨੂੰ ਬਚਦਾ। ਸਹੀ ਹੋ, ਆਦ ਸਾਡੇ ਪੱਲੇ ਪੈਂਦਾ। ਅੱਛਾ ਸਹੀ ਹੋ ਗਿਆ, ਪੱਲੇ ਸਾਡੇ ਪੱਲੇ ਪੈਂਦਾ। ਲਓ ਜੀ ਦੋਸਤੋ, ਤੁਸੀਂ ਮਾਸਟਰ ਸਾਹਿਬ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜੀ, ਬਹੁਤ ਚੰਗੀਆਂ ਤੇ ਵਧੀਆ ਗੱਲਾਂ ਕੀਤੀਆਂ ਜੀ, ਤੇ ਬਹੁਤ ਸ਼ੁਕਰੀਆ ਜੀ। ਵੀਡੀਓ ਨੂੰ ਲਾਜ਼ਮੀ ਐਂਡ ਤੱਕ ਜ਼ਰੂਰ ਦੇਖਿਓ ਜੀ। ਜਿਹੜੇ ਦੋਸਤ ਚੈਨਲ ਤੇ ਨਵੇਂ ਆਉਣ ਵਾਲੇ ਆ, ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਤੇ ਦੋਸਤਾਂ ਦੀ ਸਪੋਰਟ ਨਾਲ ਹੀ ਆ ਜੀ ਚੱਲਣਾ ਸਾਰਾ ਕੁਝ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਥੈਂਕ ਯੂ ਫਾਰ ਵਾਈ ਟਰੈਕਟਰ ਪੁਆਇੰਟ ਜੀ।